ਨਮਸਕਾਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਵਪਾਰੀਆਂ ਦੇ ਸ਼ਕਤੀਕਰਨ ਲਈ ਵਚਨਬੱਧ ਹੈ। ਪ੍ਰਚੂਨ ਅਤੇ ਥੋਕ ਵਪਾਰ ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਵਿੱਚ ਸ਼ਾਮਲ ਕੀਤੇ ਜਾਣ ਨੂੰ ਇਤਿਹਾਸਕ ਫੈਸਲਾ ਦੱਸਿਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ ਨਾਲ 2.5 ਕਰੋੜ ਵਪਾਰੀਆਂ ਨੂੰ ਲਾਭ ਹੋਵੇਗਾ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਅਨੁਸਾਰ ਫੇਸਬੁੱਕ ਨੇ 15 ਮਈ ਤੋਂ 15 ਜੂਨ ਦੇ ਅਰਸੇ ਦੌਰਾਨ 3 ਕਰੋੜ ਇਤਰਾਜ਼ਯੋਗ ਪੋਸਟਾਂ ਤੇ ਕਾਰਵਾਈ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੀ ਪਿਛਲੀ ਅਕਾਲੀ ਬੀਜੇਪੀ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਬਿਜਲੀ ਖਰੀਦ ਦੇ ਸਮਝੌਤੇ ਸਮੀਖਿਆ ਅਧੀਨ ਨੇ। ਸੂਬੇ ਵਿੱਚ ਬਿਜਲੀ ਦੀ ਥੁੜ ਨੂੰ ਪੂਰਾ ਕਰਨ ਲਈ ਪੰਜਾਬ ਤੋਂ ਬਾਹਰੋਂ 7400 ਮੈਗਾਵਾਟ ਬਿਜਲੀ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਵਿੱਚ ਦਿਵਿਆਂਗਜਨ ਸ਼ਕਤੀਕਰਨ ਵਿਭਾਗ ਅਤੇ ਐਲਿਮਕੋ ਦੇ ਸਹਿਯੋਗ ਨਾਲ ਸਮਾਜਿਕ ਅਧਿਕਾਰਤਾ ਕੈਂਪ ਲਗਾਇਆ ਗਿਆ। ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੇ ਇਸ ਸਮਾਗਮ ਦੀ ਵਰਚੁਅਲ ਪ੍ਰਧਾਨਗੀ ਕੀਤੀ। ਕੈਂਪ ਦੌਰਾਨ 1105 ਦਿਵਿਆਂਗ ਲੋਕਾਂ ਨੂੰ 1 ਕਰੋੜ 9 ਲੱਖ ਰੁਪਏ ਦੀ ਲਾਗਤ ਵਾਲੇ 2253 ਵੱਖ-ਵੱਖ ਤਰ੍ਹਾਂ ਦੇ ਸਹਾਇਕ ਉਪਕਰਨ ਵੰਡੇ ਗਏ। ਹੁਸ਼ਿਆਰਪੁਰ ਜ਼ਿਲ੍ਹੇ ਦੇ 206 ਪਿੰਡਾਂ ਵਿੱਚ 100% ਕਰੋਨਾ ਟੀਕਾਕਰਨ ਨਾਲ ਸੂਬੇ ਵਿੱਚ ਪਹਿਲੀ ਥਾਂ ਹਾਸਲ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪ੍ਰਚੂਨ ਅਤੇ ਥੋਕ ਵਪਾਰ ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਵਿੱਚ ਸ਼ਾਮਲ ਕਰਕੇ ਇੱਕ ਇਤਿਹਾਸਕ ਫੈਸਲਾ ਕੀਤਾ ਹੈ। ਇੱਕ ਟਵੀਟ ਵਿੱਚ ਮੋਦੀ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਦੇ ਕਰੋੜਾਂ ਵਪਾਰੀਆਂ ਨੂੰ ਆਸਾਨ ਸ਼ਰਤਾਂ ਤੇ ਪੈਸਾ ਜਟਾਉਣ ਸਮੇਤ ਹੋਰ ਕਈ ਤਰ੍ਹਾਂ ਦੇ ਲਾਭ ਮਿਲਣਗੇ ਅਤੇ ਵਪਾਰ ਵਧਾਉਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵਪਾਰੀਆਂ ਦੇ ਸ਼ਕਤੀਕਰਨ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਵਾਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹਨਾਂ ਉਦਮਾਂ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚ ਪ੍ਰਚੂਨ ਅਤੇ ਥੋਕ ਵਪਾਰੀਆਂ ਨੂੰ ਇਹਨਾਂ ਉਦਮਾਂ ਵਿੱਚ ਸ਼ਾਮਲ ਕਰਨ ਦੀ ਵਿਵਸਥਾ ਹੈ। ਗਡਕਰੀ ਨੇ ਕਿਹਾ ਕਿ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਨਾਲ ਤਕਰੀਬਨ 2.5 ਕਰੋੜ ਪ੍ਰਚੂਨ ਅਤੇ ਥੋਕ ਵਪਾਰੀਆਂ ਨੂੰ ਲਾਭ ਹੋਵੇਗਾ ਅਤੇ ਉਹ ਆਤਮ ਨਿਰਭਰ ਭਾਰਤ ਅਧੀਨ ਐਲਾਨੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਉਠਾ ਸਕਣਗੇ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਗੂਗਲ, ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨਵੇਂ IT ਨਿਯਮਾਂ ਦਾ ਪਾਲਣ ਕਰ ਰਹੇ ਨੇ। ਇੱਕ ਟਵੀਟ ਵਿੱਚ ਉਹਨਾਂ ਕਿਹਾ ਕਿ ਸੂਚਨਾ ਤਕਨਾਲੋਜੀ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਇਤਰਾਜ਼ਯੋਗ ਪੋਸਟਾਂ ਨੂੰ ਆਪਣੀ ਪੱਧਰ ਤੇ ਹਟਾਉਣ ਲਈ ਕੀਤੀ ਗਈ ਕਾਰਵਾਈ ਵਿੱਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਫੇਸਬੁੱਕ ਨੇ ਆਪਣੀ ਪਹਿਲੀ ਪਾਲਣਾ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ 15 ਮਈ ਤੋਂ 15 ਜੂਨ ਵਿਚਾਲੇ ਉਸ ਵੱਲੋਂ ਇਤਰਾਜ਼ਯੋਗ ਤਕਰੀਬਨ 3 ਕਰੋੜ ਪੋਸਟਾਂ ਤੇ ਕਾਰਵਾਈ ਕੀਤੀ ਗਈ ਹੈ। ਇੰਸਟਾਗ੍ਰਾਮ ਨੇ ਇਸੇ ਅਰਸੇ ਦੌਰਾਨ 20 ਲੱਖ ਪੋਸਟਾਂ ਤੇ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ IT ਨਿਯਮਾਂ ਦੀ ਪਾਲਣਾ ਰਿਪੋਰਟ ਪ੍ਰਕਾਸ਼ਿਤ ਕਰਨ ਵਾਲੇ ਹੋਰ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਗੂਗਲ ਅਤੇ ਕੂ ਐਪ ਸ਼ਾਮਲ ਨੇ। ਮੰਤਰਾਲਾ ਵੱਲੋਂ ਲਾਗੂ ਕੀਤੇ ਗਏ ਨਵੇਂ IT ਨਿਯਮਾਂ ਅਨੁਸਾਰ ਮੀਡੀਆ ਪਲੇਟਫਾਰਮਾਂ ਨੂੰ ਨਿਯਮਾਂ ਦੀ ਪਾਲਣਾ ਰਿਪੋਰਟ ਹਰ ਮਹੀਨੇ ਪ੍ਰਕਾਸ਼ਿਤ ਕਰਨੀ ਹੋਵੇਗੀ ਅਤੇ ਸ਼ਿਕਾਇਤਾਂ ਅਤੇ ਉਹਨਾਂ ਉੱਪਰ ਕੀਤੀ ਗਈ ਕਾਰਵਾਈ ਦੇ ਵੇਰਵੇ ਵੀ ਦੇਣ ਦੀ ਲੋੜ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੀ ਪਿਛਲੀ ਅਕਾਲੀ ਬੀਜੇਪੀ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਬਿਜਲੀ ਦੇ ਖਰੀਦ ਸਮਝੌਤੇ ਪਹਿਲਾਂ ਤੋਂ ਹੀ ਸਮੀਖਿਆ ਅਧੀਨ ਨੇ। ਸੂਬੇ ਅੰਦਰ ਬਿਜਲੀ ਸੰਕਟ ਕਾਰਨ ਪੈਦਾ ਹੋਈ ਸਥਿਤੀ ਦੀ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਇੱਕ ਸਮੀਖਿਆ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੇ ਸ਼ਾਸਨ ਵਿੱਚ ਤਰਕਹੀਣ ਬਿਜਲੀ ਖਰੀਦ ਸਮਝੌਤਿਆਂ ਕਾਰਨ ਪੰਜਾਬ ਨੂੰ ਹੋਰ ਵਿੱਤੀ ਨੁਕਸਾਨ ਤੋਂ ਬਚਾਉਣ ਲਈ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਕੀਤੇ ਗਏ 139 ਅਜਿਹੇ ਸਮਝੌਤਿਆਂ ਵਿੱਚੋਂ ਸਿਰਫ 17 ਸਮਝੌਤੇ ਹੀ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰੀ ਕਰਨ ਲਈ ਕਾਫੀ ਨੇ ਅਤੇ 1314 ਮੈਗਾਵਾਟ ਸਮਰੱਥਾ ਦੀ ਮਹਿੰਗੀ ਬਿਜਲੀ ਖਰੀਦਣ ਲਈ ਕੀਤੇ ਗਏ 122 ਸਮਝੌਤਿਆਂ ਨਾਲ ਸੂਬੇ ਉੱਤੇ ਵਾਧੂ
ਆਰਥਿਕ ਬੋਝ ਪਿਆ ਏ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਲੋੜੀਂਦੀ 13,500 ਮੈਗਾਵਾਟ ਬਿਜਲੀ ਦੀ ਤੁਲਨਾ ਵਿੱਚ ਬੀਤੇ ਹਫ਼ਤੇ ਬਿਜਲੀ ਦੀ ਮੰਗ 16,000 ਮੈਗਾਵਾਟ ਪਹੁੰਚ ਗਈ ਸੀ। ਉਹਨਾਂ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਪਾਵਰ ਕਾਰਪੋਰੇਸ਼ਨ ਨੇ ਦੂਜੇ ਸੂਬਿਆਂ ਤੋਂ 7400 ਮੈਗਾਵਾਟ ਬਿਜਲੀ ਦੀ ਖਰੀਦ ਸ਼ੁਰੂ ਕਰ ਦਿੱਤੀ ਏ, ਜੋ ਬੀਤੇ ਵਰ੍ਹੇ ਕੀਤੀ ਗਈ ਖਰੀਦ ਨਾਲੋਂ 1000 ਮੈਗਾਵਾਟ ਵੱਧ ਏ। ਉਹਨਾਂ ਕਿਹਾ ਕਿ ਬਿਜਲੀ ਦਾ ਮੌਜੂਦਾ ਸੰਕਟ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਇੱਕ ਯੂਨਿਟ ਦੇ ਫੇਲ ਹੋਣ ਕਾਰਨ ਪੈਦਾ ਹੋਇਆ ਏ। ਇਸ ਯੂਨਿਟ ਤੋਂ 660 ਮੈਗਾਵਾਟ ਬਿਜਲੀ ਪੈਦਾ ਹੁੰਦੀ ਏ। ਉਹਨਾਂ ਕਿਹਾ ਕਿ ਬਿਜਲੀ ਦੀ ਕਿੱਲਤ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਆਪਣੀ ਪੱਧਰ ਤੇ ਵੱਡੇ ਕਦਮ ਚੁੱਕੇ ਜਾ ਰਹੇ ਨੇ। ਦਿਵਿਆਂਗਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਦੀ ADIP ਸਕੀਮ ਤਹਿਤ ਦਿਵਿਆਂਗਾਂ ਨੂੰ ਸਹਾਇਤਾ ਅਤੇ ਹੋਰ ਉਪਕਰਨ ਪ੍ਰਦਾਨ ਕਰਨ ਲਈ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਵਿੱਚ ਦਿਵਿਆਂਗ ਜਨ ਸ਼ਕਤੀਕਰਨ ਵਿਭਾਗ ਅਤੇ ਐਲਿਮਕੋ ਦੇ ਸਹਿਯੋਗ ਨਾਲ ਸਮਾਜਿਕ ਅਧਿਕਾਰਤਾ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਨੇ ਇਸ ਸਮਾਗਮ ਦੀ ਵਰਚੁਅਲ ਪ੍ਰਧਾਨਗੀ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਦਿਵਿਆਂਗ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਨੇ ਅਤੇ ਉਹਨਾਂ ਨੂੰ ਕਿਸੇ ਦੇ ਤਰਸ ਦੀ ਨਹੀਂ ਸਗੋਂ प्यार नाल दित्ती जाने वाली सहायता दी लोड़ है। हमारे समाज का अभिन्न अंग है, उसको किसी की दया की जरूरत नहीं, उसको प्यार से की जाने वाली सहायता की जरूरत है। और ये काम हम पूरे देश में आदरणीय मोदी जी के मार्गदर्शन में कर रहे हैं। मित्रों, आप जानते हैं मोदी जी सरकार का एक संकल्प है, सबका साथ, सबका विकास और सबका विश्वास। और दिव्यांगजनों को सशक्त करना, उनको मजबूत करना, स्वावलंबी बनाना, समाज की मुख्य धारा में लाना, यही हमारे विभाग का प्रमुख काम है। इस कैंप दौरान 1105 दिव्यांग लोगों को 1 करोड़ 9 लाख रुपए की लागत वाले 2253 ਵੱਖ-ਵੱਖ तरह के सहायक उपकरण वंडे गए, जिन्हां विच ट्राईसाइकिल, व्हीलचेयर, फौड़ियां, सुनने वाली मशीन, नकली अंग और कैलीपर्स शामिल सन। कैंप विच सहयोग करने वाले एलिमको के यूनिट हैड रमेश चंद ने दस्सिया कि कन्फैडरेशन फॉर चैलेंज परसन वालों एलिमको के सहयोग नाल बहादुरपुर विच कैंप लगाया गया है। उन्होंने अपनी संस्था वालों केंद्र सरकार का धन्यवाद किया और उम्मीद जाहिर की कि भविख विच भी अजिहे कैंप लगते रहेंगे तां जो लोड़वंदां नूं इस तरह की सहायता दी जा सके। ये जो है विकलांग लोगों का शिविर लगाए गए थे हमने, जान शिविर 2018 में। कोविड के चलते ये थोड़ा सा प्रोग्राम डिले हो गया, लेकिन आज जो है सब लोगों को सामान बांटा जा रहा है। इसमें 1109 लोग असेस हुए थे जिनको सामान मिल रहा, और 2253 इक्विपमेंट्स हैं जो अलग अलग लोगों को दिए जा रहे हैं, और इसकी कीमत है 1 करोड़ 9 लाख के आसपास। ये गवर्नमेंट ऑफ इंडिया की जो एडिप स्कीम है उसके अंदर बांटा जा रहा है। प्रसार भारती नाल गलबात करदियां ਵੱਖ-ਵੱਖ लाभपात्रियां ने उपकरण प्राप्त करन ते खुशी जाहिर की। पिंड उब्बा दे मनप्रीत सिंह, चन्ना राम, पिंड नंदगढ़ दे हरभजन सिंह अते हरप्रीत कौर, जबकि पिंड बहादुरपुर दे मेजर सिंह अते मक्खन सिंह ने भी सहायता मुहैया कराउण ते सरकार दा धन्नवाद कीता। प्रीत सिंह है, मैं पिंड उब्बा डिस्ट्रिक्ट मानसा दे रहने वाला। सर स्मार्ट केन और स्मार्टफोन मिलिया, जिस करके स्मार्टफोन है जिहड़ा ਉਹ ਸਾਨੂੰ ਜਿਹੜੀ ਗਰੋਥ ਕਰਨ ਦੀ ਪ੍ਰੋਬਲਮ ਆ ਰਹੀ ਸੀ, ਕਿਉਂਕਿ ਅੱਜ ਕੱਲ੍ਹ ਡਿਜੀਟਲ ਯੁੱਗ ਹੈ, ਕੰਪਿਊਟਰ ਯੁੱਗ ਹੈ ਸਰ, ਹਰ ਇੱਕ ਚੀਜ਼ ਇੰਟਰਨੈਟ ਦੇ ਨਾਲ ਜੁੜੀ ਹੋਈ ਆ। ਇਸ ਕਰਕੇ ਸਾਨੂੰ ਬਹੁਤ ਫਾਇਦਾ ਹੋਏਗਾ ਇਸ ਚੀਜ਼ ਦਾ, ਕਿਉਂਕਿ ਜਿਵੇਂ ਹੁਣ ਮੈਂ ਸਰ ਗ੍ਰੈਜੂਏਸ਼ਨ ਕਰ ਰਿਹਾ, BA ਕਰ ਰਿਹਾ ਸਰ, ਅਤੇ ਉਸ ਦੇ ਵਿੱਚ ਪੜ੍ਹਨ ਦੇ ਵਿੱਚ ਸਾਨੂੰ ਬਹੁਤ ਜਿਹੜਾ ਇਹਦਾ ਬੈਨੀਫਿਟ ਮਿਲਦਾ, ਕਿਉਂਕਿ ਟਾਕਬੈਕ ਚੱਲਦਾ। ਜਿਸ ਤਰ੍ਹਾਂ ਨੋਰਮਲ ਫੋਨ ਯੂਜ ਕਰਦੇ ਨੇ ਸਰ, ਉਸੇ ਤਰੀਕੇ ਅਸੀਂ ਬਲਾਈਂਡ ਵੀ ਉਹਨਾਂ ਦੇ ਵਾਂਗੂ ਇਹ ਜਿਹੜਾ ਇੰਟਰਨੈਟ ਯੂਜ ਕਰਦੇ ਆ। ਚੰਨਾ ਰਾਮ ਜੀ ਕਿਤੇ ਸੀ ਜੀ, ਰੁੜ ਕੇ ਚੱਲਦਾ ਸੀ, ਹੁਣ ਸਾਈਕਲ ਹੀ ਦੇ ਦਿੱਤੀ ਸਰਕਾਰ ਨੇ। ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ, ਵੀ ਜਿਹੜੀ ਸਾਡੀ ਜ਼ਿੰਦਗੀ ਵਧੀਆ ਕਰਤੀ। ਮੇਰਾ ਨਾਮ ਜੀ ਹਰਭਜਨ ਸਿੰਘ ਜੀ, ਪਿੰਡ ਆਨੰਦਗੜ੍ਹ ਜੀ, ਤੇ ਮੈਨੂੰ ਟਰਾਈਸਾਈਕਲ ਵੰਡਿਆ ਗਿਆ ਸੀ। ਇੱਧਰ ਉੱਧਰ ਬਾਹਰ ਅੰਦਰ ਜਾਣਾ ਮੈਨੂੰ ਜੀ ਬਹੁਤ ਔਖੇ ਹੁੰਦੇ ਸੀਗੇ ਜੀ। ਇਹ ਕੈਂਪ ਲੱਗਿਆ ਸੀ, ਕੈਂਪ ਵਾਲਿਆਂ ਦਾ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰ। ਮੇਰਾ ਨਾਮ ਹਰਪ੍ਰੀਤ ਹੈ ਜੀ, ਮੇਰੇ ਬੇਟੇ ਦਾ ਨਾਮ ਬਲਰਾਜ ਸਿੰਘ ਹੈ, ਤੇ ਮੈਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰੇ ਬੇਟੇ ਨੂੰ ਮੰਦਬੁੱਧੀ ਹੋਣ ਦੇ ਬਾਵਜੂਦ MR ਕਿਟ ਦਿੱਤੀ ਗਈ ਹੈ, ਜਿਸ ਦਾ ਮੈਂ ਉਹਨਾਂ ਦਾ ਤਹਿ ਦਿਲੋਂ ਦਾ ਧੰਨਵਾਦ ਕਰਦੀ ਹਾਂ। ਮੇਜਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਬਹਾਦਰਪੁਰ ਹੈ ਜੀ। ਪਿੰਡ ਸਾਡੇ ਕੈਂਪ ਲਾਇਆ, ਬਹੁਤ ਸ਼ੁਕਰੀਆ ਸਾਰੇ ਡਾਕਟਰਾਂ ਦਾ, ਤੇ ਜੋ ਸਰਪੰਚ ਸਾਹਿਬ ਦਾ, ਜੋ ਸਰਕਾਰਾਂ ਦਾ, ਸਾਰਿਆਂ ਦਾ ਬਹੁਤ ਵੱਡਾ ਸ਼ੁਕਰੀਆ ਹੈ। ਬਲਬੀਰ ਕੌਰ ਨੂੰ ਮਸ਼ੀਨ ਮਿਲੀ ਹੈ ਕੰਨਾਂ ਵਾਲੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਜੀ ਸਾਰਿਆਂ ਦਾ। ਮੱਖਣ ਸਿੰਘ ਹੈ ਵੀਰੇ। ਚੱਲਣ ਫਿਰਨ 'ਚ ਦਿੱਕਤ ਆਉਂਦੀ ਸੀ ਵੀਰੇ, ਕੰਮ ਕਰਦੇ ਵਿੱਚ ਮੁਸ਼ਕਿਲ ਆ ਰਹੀ ਸੀ। ਇਹ ਸਾਡੇ ਵਾਸਤੇ ਬਹੁਤ ਚੰਗਾ ਉਪਰਾਲਾ ਵੀਰੇ, ਅਤੇ ਸਾਡੇ ਇਨਸਾਨ ਵਾਸਤੇ ਉਰਾਂ ਪਰਾਂ ਜਾਣ ਵਾਸਤੇ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਨੇ ਪਿੰਡਾਂ ਦੇ ਪੱਧਰ ਤੇ ਕਰੋਨਾ ਟੀਕਾਕਰਨ ਵਿੱਚ ਸੂਬੇ ਵਿੱਚ ਪਹਿਲੀ ਥਾਂ ਹਾਸਲ ਕੀਤੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ 206 ਪਿੰਡਾਂ ਵਿੱਚ 100% ਟੀਕਾਕਰਨ ਹੋ ਚੁੱਕਾ ਹੈ। ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੰਚਾਇਤਾਂ ਨੇ ਕਰੋਨਾ ਟੀਕਾਕਰਨ ਨੂੰ ਜਨ ਅਭਿਆਨ ਦੇ ਤੌਰ ਤੇ ਚਲਾਇਆ ਅਤੇ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ। ਇਹਨਾਂ ਦੀ ਮਿਹਨਤ ਰੰਗ ਲਿਆਈ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ 206 ਪਿੰਡਾਂ ਵਿੱਚ ਮੁਕੰਮਲ ਟੀਕਾਕਰਨ ਦਾ ਟੀਚਾ ਹਾਸਲ ਕੀਤਾ। ਟੀਕਾਕਰਨ ਨੂੰ ਲੈ ਕੇ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਜ਼ਿਲ੍ਹੇ ਵਿੱਚ ਚਲਾਏ ਗਏ ਅਭਿਆਨ ਤਹਿਤ ਪਿੰਡਾਂ ਵਿੱਚ ਵੱਡੇ ਪੱਧਰ ਤੇ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਨੇ ਅਤੇ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਕਰੋਨਾ ਟੀਕੇ ਨੂੰ ਲੈ ਕੇ ਭਰਮ ਅਤੇ ਲੋਕਾਂ ਦੇ ਅੰਦਰ ਮੌਜੂਦ ਡਰ ਨੂੰ ਦੂਰ ਕਰਨ ਲਈ ਪੰਚਾਂ, ਸਰਪੰਚਾਂ, ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਘਰੋਂ ਘਰੀ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਹੈ ਕਿ ਸਿਹਤ ਵਿਭਾਗ, ਪ੍ਰਸ਼ਾਸਨ ਅਤੇ ਪੰਚਾਇਤਾਂ ਦੇ ਸਹਿਯੋਗ ਨਾਲ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਜਾਰੀ ਹੈ। ਅਪਨੀਤ ਰਿਆਤ ਨੇ ਦੱਸਿਆ ਕਿ 18 ਮਈ ਨੂੰ ਨਵਾਂ ਜੱਟਪੁਰ ਪਿੰਡ 100% ਟੀਕਾਕਰਨ ਵਾਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਬਣਿਆ। ਉਸ ਤੋਂ ਬਾਅਦ ਟੀਕਾਕਰਨ ਮੁਹਿੰਮ ਸਦਕਾ ਮਹਿਜ਼ 40 ਦਿਨਾਂ ਵਿੱਚ ਜ਼ਿਲ੍ਹੇ ਵਿੱਚ ਮੁਕੰਮਲ ਟੀਕਾਕਰਨ ਵਾਲੇ ਪਿੰਡਾਂ ਦੀ ਗਿਣਤੀ 206 ਤੇ ਪਹੁੰਚ गई। वैक्सीनेशन की जो ड्राइव पूरे इंडिया में चल रही है उसमें पंजाब गवर्नमेंट का सभी डिस्ट्रिक्ट्स को क्लियर मैंडेट था कि हमें मैक्सिमम वैक्सीनेशन करनी है इन मिनिमम टाइम। इसी के चलते डिस्ट्रिक्ट होशियारपुर में हमने जो वैक्सीनेशन की जो सारी स्ट्रैटेजी है वो प्लान की। हमने ये देखा था कि सेकेंड वेव में कोविड के केसेस रूरल एरियाज़ में बहुत ज़्यादा आए थे और होशियारपुर डिस्ट्रिक्ट एज सच भी 80% जो है रूरल है। यहाँ पे तकरीबन 1400 विलेजेस हैं। तो इसको देखते हुए और साथ में ये भी सामने आया था कि रूरल एरियाज़ में जो देहाती इलाके हैं उनमें वैक्सीनेशन को लेके बहुत मिथ्स थे, मिसकंसेप्शंस थी और रेजिस्टेंस थी। सो इन दोनों चीज़ों को ध्यान में रखते हुए हमने होशियारपुर में जो वैक्सीनेशन की स्ट्रैटेजी डिवाइस की। ਨਵਾਂ ਜੱਟਪੁਰ ਪਿੰਡ ਦੀ ਸਰਪੰਚ ਰਿਤੂ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਕੋਵਿਡ ਟੀਕੇ ਦਾ ਡਰ ਦੂਰ ਕਰਨ ਲਈ ਸਭ ਤੋਂ ਪਹਿਲਾਂ ਉਹਨਾਂ ਖੁਦ ਟੀਕਾ ਲਗਵਾਇਆ ਅਤੇ ਲੋਕਾਂ ਨੂੰ ਇਸ ਵੱਲ ਪ੍ਰੇਰਿਤ ਕੀਤਾ। ਸਰਪੰਚ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਪਹਿਲ ਅਤੇ ਸਹਿਯੋਗ ਨਾਲ ਪਿੰਡਾਂ ਵਿੱਚ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਦੇ ਨਤੀਜੇ ਵਜੋਂ 100% ਟੀਕਾਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ। ਨਿਊ ਜੱਟਪੁਰ ਦੀ ਮੈਂ ਸਰਪੰਚ ਹਾਂ ਜੀ। ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪਹਿਲੇ ਨੰਬਰ ਦੇ ਸਾਡੇ ਜੱਟਪੁਰ ਵੈਕਸੀਨ ਲਗਾਉਣ ਵਿੱਚ ਕਾਮਯਾਬ ਹੋਇਆ ਜੀ ਤੇ ਸਾਡਾ ਪਿੰਡ ਪੂਰਾ ਵਧੀਆ ਤਰੀਕੇ ਨਾਲ ਵੈਕਸੀਨ 100% ਤਰ੍ਹਾਂ ਨਾਲ ਵੈਕਸੀਨ ਵਧੀਆ ਤਰੀਕੇ ਨਾਲ ਲਗਾਈ ਗਈ ਆ। ਸਾਡਾ ਪਹਿਲੇ ਨੰਬਰ ਦੇ ਪਿੰਡ ਜੱਟਪੁਰ ਚੁਣਿਆ ਗਿਆ। 100% ਦੀ ਟੀਕਾਕਰਨ ਇੱਥੇ ਕਰੋਨਾ ਦਾ ਵਧੀਆ ਤਰੀਕੇ ਨਾਲ ਹੋਇਆ। ਅਸੀਂ ਇਸੇ ਤਰ੍ਹਾਂ 100% ਟੀਕਾਕਰਨ ਦਾ ਟੀਚਾ ਹਾਸਲ ਕਰਨ ਵਾਲੇ ਇੱਕ ਹੋਰ ਪਿੰਡ ਅਹਿਰਾਣਾ ਖੁਰਦ ਦੀ ਸਰਪੰਚ ਰੇਖਾ ਰਾਣੀ ਨੇ ਦੱਸਿਆ ਕਿ ਕਿਵੇਂ ਲੋਕ ਟੀਕੇ ਲਗਵਾਉਣ ਤੋਂ ਭੱਜਦੇ ਸਨ, ਪਰ ਪਿੰਡ ਦੀ ਪੰਚਾਇਤ ਨੇ ਸਿਹਤ ਕਾਮਿਆਂ, ਆਸ਼ਾ ਵਰਕਰਾਂ ਅਤੇ ਡਾਕਟਰਾਂ ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਸਭ ਤੋਂ ਪਹਿਲਾਂ ਪੰਚਾਇਤ ਮੈਂਬਰਾਂ ਨੇ ਆਪਣੇ ਤੇ ਪਰਿਵਾਰਾਂ ਦੇ ਟੀਕੇ ਲਗਵਾਏ ਅਤੇ ਉਹਨਾਂ ਦਾ ਪਿੰਡ 100% ਟੀਕਾਕਰਨ ਦਾ ਟੀਚਾ ਹਾਸਲ ਕਰਕੇ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਗ੍ਰਾਂਟ ਦਾ ਪਾਤਰ ਬਣ ਗਿਆ ਹੈ। मेरा नाम रेखा रानी, सरपंच पिंड रहाना खुर्द, जिला हुशियारपुर। जो सरकार वालों हदायतां दित्तियां गईयां टीके दियां, करोना दियां, ਉਹਦੇ ਵਿੱਚ ਅਸੀਂ ਸਾਰਾ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਸਾਰੇ ਨਾਲ ਲੈ ਕੇ, ਆਸ਼ਾ ਵਰਕਰ ਆਂਗਨਵਾੜੀ ਤੋਂ ਨਾਲ ਲੈ ਕੇ, ਡਾਕਟਰ ਸਾਹਿਬ ਘਰ ਘਰ ਅਸੀਂ ਜਾ ਕੇ ਉਹਨਾਂ ਨੂੰ ਸਭ ਨੂੰ ਸਲਾਹ ਦਿੱਤੀ ਆ। ਅਸੀਂ ਪਹਿਲਾਂ ਟੀਕੇ ਲਵਾਏ ਆ, ਉਹਨਾਂ ਦੇ ਸਾਹਮਣੇ ਡਰਦੇ ਸੀਗੇ ਵੀ ਅਸੀਂ ਨਹੀਂ ਲਵਾਣੇ। ਅਸੀਂ ਉਸ ਤੋਂ ਬਾਅਦ ਘਰ ਘਰ ਜਾ ਕੇ ਸਾਰਿਆਂ ਨੂੰ ਕਿਹਾ ਵੀ ਤੁਸੀਂ ਟੀਕੇ ਲਵਾਓ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਸਾਰਿਆਂ ਨੇ ਫਿਰ ਟੀਕਾ ਲਗਵਾਉਣ ਵਾਲੀ ਨੌਜਵਾਨ ਲੜਕੀ ਮੁਸਕਾਨ ਨੇ ਟੀਕਾਕਰਨ ਬਾਰੇ ਆਪਣਾ ਤਜਰਬਾ ਸਾਂਝਾ ਕਰਦਿਆਂ ਲੋਕਾਂ ਨੂੰ ਬੇਝਿਜਕ ਆ ਕੇ ਟੀਕਾ ਲਗਵਾਉਣ ਦੀ ਅਪੀਲ ਕੀਤੀ। ਮੁਸਕਾਨ ਸੈਣੀ ਆ, ਮੈਂ ਕੋਵਿਸ਼ੀਲਡ ਲਗਾਈ ਹੈ ਵੈਕਸੀਨ, ਉਹ ਅੱਛੀ ਆ, ਤੁਸੀਂ ਸਾਰੇ ਵੀ ਲਗਾ ਸਕਦੇ ਹੋ, ਸੇਫ ਆ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਰਾਸ਼ਟਰੀ ਟੈਲੀਮੈਡੀਸਨ ਸੇਵਾ ਈ ਸੰਜੀਵਨੀ ਤੇ 70 ਲੱਖ ਡਾਕਟਰੀ ਸਲਾਹ ਮਸ਼ਵਰੇ ਪੂਰੇ ਕਰਕੇ ਇੱਕ ਹੋਰ ਮੀਲ ਪੱਥਰ ਪਾਰ ਕਰ ਲਿਆ ਏ। ਮਰੀਜ਼ ਰੋਜ਼ਾਨਾ ਆਧਾਰ ਤੇ ਨਵੀਨਤਮ ਡਿਜੀਟਲ ਮਾਧਿਅਮ ਦੀ ਵਰਤੋਂ ਕਰਕੇ ਸਿਹਤ ਸੇਵਾਵਾਂ ਲਈ ਡਾਕਟਰਾਂ ਅਤੇ ਮਾਹਰ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਰਦੇ ਨੇ। ਇੱਕ ਹੋਰ ਵਿਸ਼ੇਸ਼ ਉਪਲਬਧੀ ਵਿੱਚ ਇਸ ਸੇਵਾ ਅਧੀਨ ਪਿਛਲੇ ਜੂਨ ਮਹੀਨੇ ਵਿੱਚ ਤਕਰੀਬਨ 12.5 ਲੱਖ ਮਰੀਜ਼ਾਂ ਨੇ ਟੈਲੀਮੈਡੀਸਨ ਸੇਵਾ ਦਾ ਲਾਭ ਉਠਾਇਆ।
ਇਹ ਸੇਵਾ ਪਿਛਲੇ ਸਾਲ ਮਾਰਚ ਵਿੱਚ ਸ਼ੁਰੂ ਕੀਤੀ ਗਈ ਸੀ। ਮੰਤਰਾਲਾ ਅਨੁਸਾਰ ਇਹ ਸੇਵਾ ਇਸ ਵੇਲੇ 31 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਾਰਜਸ਼ੀਲ ਹੈ। ਡਾਕਟਰ ਤੋਂ ਡਾਕਟਰ ਟੈਲੀਮੈਡੀਸਨ ਪਲੇਟਫਾਰਮ ਤੇ ਹੁਣ ਤੱਕ 32 ਲੱਖ ਮਰੀਜ਼ਾਂ ਨੂੰ ਸੇਵਾ ਦਿੱਤੀ ਜਾ ਚੁੱਕੀ ਹੈ। ਮੰਤਰਾਲਾ ਨੇ ਕਿਹਾ ਕਿ ਇਹ ਸੇਵਾ ਮਰੀਜ਼ ਤੋਂ ਡਾਕਟਰ ਤੱਕ ਸਲਾਹ ਮਸ਼ਵਰਿਆਂ ਦਾ ਪਲੇਟਫਾਰਮ ਹੈ ਜੋ ਲੋਕਾਂ ਨੂੰ ਉਹਨਾਂ ਦੇ ਘਰਾਂ ਅੰਦਰ ਰਹਿੰਦਿਆਂ ਹੀ ਸਿਹਤ ਸੇਵਾਵਾਂ ਮੁਹੱਈਆ ਕਰਾਉਂਦਾ ਹੈ। ਮੰਤਰਾਲਾ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਤੋਂ ਤਕਰੀਬਨ 50,000 ਮਰੀਜ਼ ਹਰ ਰੋਜ਼ ਈ ਸੰਜੀਵਨੀ ਸੇਵਾਵਾਂ ਦਾ ਲਾਭ ਉਠਾ ਰਹੇ ਨੇ ਅਤੇ ਤਕਰੀਬਨ 2,000 ਡਾਕਟਰ ਉਹਨਾਂ ਨੂੰ ਡਾਕਟਰੀ ਸਲਾਹ ਮਸ਼ਵਰੇ ਪ੍ਰਦਾਨ ਕਰ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।